continue. Chapter number 1 of class 10th. Name of the chapter is Chemical Reactions and Equations. Students, in my last lecture, I discussed about the chemical equations, about chemical reactions and also about the types of chemical reactions. So, the next term given in the chapter is oxidation. What is oxidation? हाँ जी स्टूडेंट्स, ऑक्सीडेशन की ਹੁੰਦੀ ਆ गेन ऑफ ऑक्सीजन। ਜਦੋਂ ਕਿਸੇ ਰਿਐਕਸ਼ਨ ਦੇ ਵਿੱਚ ਆਕਸੀਜਨ ਗੇਨ ਹੋ ਰਹੀ ਆ ਤਾਂ ਉਹਨੂੰ ਆਪਾਂ ਕੀ ਕਹਾਂਗੇ? ਆਕਸੀਡੇਸ਼ਨ। ਫॉर एग्जांपल ਕਾਪਰ ਹੈ, ਆਕਸੀਜਨ ਦੇ ਨਾਲ ਰਿਐਕਟ ਕਰ ਰਹੀ ਹੈ, ਉਹਨੂੰ ਹੀਟ ਕੀਤਾ। ਜਿਹੜਾ ਰਿਐਕਟੈਂਟ ਆ ਉਹਦੇ ਵਿੱਚ ਕਾਪਰ ਕੱਲਾ ਸੀ, ਠੀਕ ਹੈ, ਬਟ ਪ੍ਰੋਡਕਟ ਦੇ ਵਿੱਚ ਕੀ ਫਾਰਮ ਹੋ ਗਿਆ? ਕਾਪਰ ਆਕਸਾਈਡ। ਆਕਸੀਜਨ ਉਹਦੇ ਨਾਲ ਆ ਕੇ ਐਡ ਹੋ ਗਈ, ਮਤਲਬ ਕਾਪਰ ਨੇ ਆਕਸੀਜਨ ਗੇਨ ਕਰ ਲਈ, ਤਾਂ ਇਸ ਲਈ ਇਹਨੂੰ ਕੀ ਕਹਾਂਗੇ ਵੀ ਇੱਥੇ ਕੀ ਹੋ ਰਿਹਾ? ਆਕਸੀਡੇਸ਼ਨ। ਨੈਕਸਟ ਇਜ਼ ਰਿਡਕਸ਼ਨ। ਜਿੱਦਾਂ ਆਕਸੀਡੇਸ਼ਨ ਦੇ ਵਿੱਚ ਆਕਸੀਜਨ ਗੇਨ ਹੁੰਦੀ ਹੈ, ਉਸੇ ਤਰੀਕੇ ਨਾਲ ਰਿਡਕਸ਼ਨ ਦੇ ਵਿੱਚ ਇਹਦੇ ਤੋਂ ਆਪੋਜ਼ਿਟ ਹੋ ਜਾਂਦਾ, ਮੀਨਸ ਆਕਸੀਜਨ ਦਾ ਲਾਸ ਹੁੰਦਾ, ਲਾਸ ਆਫ ਆਕਸੀਜਨ ਐਂਡ ਗੇਨ ਆਫ ਹਾਈਡਰੋਜਨ। ਓਕੇ ਸਟੂਡੈਂਟਸ, ਫॉर एग्जांपल ਕਾਪਰ ਆਕਸਾਈਡ ਹੈ, ਕਾਰਬਨ ਦੇ ਨਾਲ ਰਿਐਕਟ ਕੀਤੀ, ਉਹਨੇ ਕੀ ਫਾਰਮ ਕੀਤਾ? ਕਾਪਰ ਪਲਸ ਕਾਰਬਨ ਮੋਨੋਆਕਸਾਈਡ। ਹੁਣ ਇੱਥੇ ਦੇਖੋ ਕਾਪਰ ਦੇ ਕੋਲੇ ਆਕਸੀਜਨ ਸੀ ਰਿਐਕਟੈਂਟ ਦੇ ਵਿੱਚ, ਬਟ ਪ੍ਰੋਡਕਟ ਦੇ ਵਿੱਚ ਆ ਕੇ ਕੀ ਆ? ਕਾਪਰ ਕੱਲਾ ਰਹਿ ਗਿਆ, ਠੀਕ ਹੈ। ਆਕਸੀਜਨ ਜਿਹੜੀ ਆ ਕਿੱਥੇ ਜਾ ਕੇ ਲੱਗ ਗਈ? ਕਾਰਬਨ ਦੇ ਨਾਲ। ਸੋ ਹੁਣ ਇੱਥੇ ਕੀ ਹੋ ਗਈ? ਰਿਡਕਸ਼ਨ ਹੋ ਗਈ। ਓਕੇ ਸਟੂਡੈਂਟਸ, मीन्स लॉस ऑफ ऑक्सीजन हो गया। नैक्सट है रेडॉक्स रिएक्शन। हुण तुसीं देखो इत्थे की होया सी रिडक्शन दे विच भी कॉपर तो ऑक्सीजन रिप्लेस हो गई सी, कॉपर कल्ला सी, ठीक है, तो इत्थे की होया? रिडक्शन हो गई, ऑक्सीजन दा लॉस हो गया, बट जिहड़ा कार्बन सी ਉਹਦੇ ਨਾਲ ਆਕਸੀਜਨ ਜਾ ਕੇ ਐਡ ਹੋ ਗਈ, ਤਾਂ ਇੱਥੇ ਕੀ ਹੋ ਗਈ? ਆਕਸੀਡੇਸ਼ਨ ਹੋ ਗਈ। ਮਤਲਬ ਉਹ ਰਿਐਕਸ਼ਨ ਜਿਹਦੇ ਵਿੱਚ ਆਕਸੀਡੇਸ਼ਨ ਵੀ ਹੋਵੇ ਔਰ ਰਿਡਕਸ਼ਨ ਵੀ ਹੁੰਦੀ ਆ, ਉਹਨੂੰ ਆਪਾਂ ਕੀ ਕਹਿੰਦੇ ਆ? ਰੈਡਾਕਸ ਰਿਐਕਸ਼ਨ। ਰਿਐਕਸ਼ਨ ਇਨ ਵਿਚ ਬੋਥ ਆਕਸੀਡੇਸ਼ਨ ਐਂਡ ਰਿਡਕਸ਼ਨ occurs। ਓਕੇ ਸਟੂਡੈਂਟਸ, ਫॉर एग्जांपल ਕਾਪਰ ਆਕਸਾਈਡ ਆ, ਹਾਈਡਰੋਜਨ ਦੇ ਨਾਲ ਰਿਐਕਟ ਕੀਤਾ, ਉਹਨੂੰ ਹੀਟ ਕੀਤਾ, ਕੀ ਫਾਰਮ ਹੋ ਗਿਆ? ਕਾਪਰ ਔਰ ਵਾਟਰ। ਹੁਣ ਇੱਥੇ ਜਿਹੜਾ ਕਾਪਰ ਦੇ ਨਾਲ ਆਕਸੀਜਨ ਸੀ ਉਹ ਇੱਥੇ ਸੀਗਾ ਇਹ ਰਿਐਕਟੈਂਟ, ਔਰ ਇੱਥੇ ਆ ਕੇ ਪ੍ਰੋਡਕਟ ਦੇ ਵਿੱਚ ਆਕਸੀਜਨ ਰਿਪਲੇਸ ਹੋ ਗਈ, ਤਾਂ ਇਹਨੂੰ ਕੀ ਕਹਾਂਗੇ? ਰਿਡਕਸ਼ਨ ਹੋ ਗਈ, ਮੀਨਸ ਆਕਸੀਜਨ ਦਾ ਲਾਸ ਹੋ ਗਿਆ। ਇੱਥੇ ਹਾਈਡਰੋਜਨ ਜਿਹੜਾ ਸੀਗਾ ਉਹਦੇ ਨਾਲ ਆਕਸੀਜਨ ਨਹੀਂ ਸੀ ਰਿਐਕਟੈਂਟ ਦੇ ਵਿੱਚ, ਬਟ ਪ੍ਰੋਡਕਟ ਦੇ ਵਿੱਚ ਆ ਕੇ ਉਹਦੇ ਨਾਲ ਆਕਸੀਜਨ ਐਡ ਹੋ ਗਈ, ਮੀਨਸ ਆਕਸੀਜਨ ਉਹਨੇ ਗੇਨ ਕਰ ਲਈ, ਤਾਂ ਇੱਥੇ ਕੀ ਹੋ ਗਿਆ? ਆਕਸੀਡੇਸ਼ਨ ਹੋ ਗਈ। ਸੋ ਇਸ ਟਾਈਪ ਦੀ ਜਿਹੜੀ ਰਿਐਕਸ਼ਨ ਹੁੰਦੀ ਆ, ਆਕਸੀਡੇਸ਼ਨ ਔਰ ਰਿਡਕਸ਼ਨ ਦੋਨੋਂ ਹੁੰਦੀਆਂ ਨੇ, ਜਿਹਦੇ ਵਿੱਚ ਉਹਨੂੰ ਕੀ ਕਹਿੰਦੇ ਆ ਆਪਾਂ? ਰੈਡਾਕਸ ਰਿਐਕਸ਼ਨ। ਨੈਕਸਟ ਇਜ਼ ਐਗਜ਼ੋਥਰਮਿਕ ਰਿਐਕਸ਼ਨ। ਹਾਂਜੀ ਸਟੂਡੈਂਟਸ, ਐਗਜ਼ੋਥਰਮਿਕ ਰਿਐਕਸ਼ਨ ਉਹ ਰਿਐਕਸ਼ਨ ਹੁੰਦੀ ਆ ਜਿਹਦੇ ਵਿੱਚ એનર્ਜੀ ਰਿਲੀਜ਼ ਹੁੰਦੀ ਆ। ਉਹ એનર્ਜੀ ਦੀ ਫਾਰਮ ਦੇ ਵਿੱਚ ਵੀ ਹੋ ਸਕਦੀ ਆ, ਜਾਂ ਫਿਰ ਉਹ એનર્ਜੀ ਦੀ ਫਾਰਮ ਹੀਟ ਵੀ ਹੋ ਸਕਦੀ ਆ, ਜਾਂ ਫਿਰ ਉਹ એનર્ਜੀ ਦੀ ਫਾਰਮ ਲਾਈਟ ਵੀ ਹੋ ਸਕਦੀ ਆ। ਉਹ ਡਿਪੈਂਡ ਕਰਦਾ ਕਿ ਕਿਸ ਤਰੀਕੇ ਦੀ ਰਿਐਕਸ਼ਨ ਹੋ ਰਹੀ ਆ, ਠੀਕ ਹੈ। ਤਾਂ ਇਹਨੂੰ ਆਪਾਂ ਕੀ ਕਹਾਂਗੇ? ਇਨ ਵਿਚ એનર્ਜੀ ਰਿਲੀਜ਼ ਇਜ਼ ਕਾਲਡ ਐਗਜ਼ੋਥਰਮਿਕ ਰਿਐਕਸ਼ਨ। ਜਿਹਦੇ ਵਿੱਚ એનર્ਜੀ ਰਿਲੀਜ਼ ਹੋਵੇ ਉਹਨੂੰ ਕਹਿੰਦੇ ਆ ਐਗਜ਼ੋਥਰਮਿਕ ਰਿਐਕਸ਼ਨ। ਫॉर एग्जांपल C6H12O6 ਕਾਹਦਾ ਫਾਰਮੂਲਾ ਹੈ? ਗਲੂਕੋਜ਼ ਦਾ। ਰਿਐਕਟ ਵਿਦ CO2, ਪ੍ਰੋਡਕਟ ਕੀ ਬਣੇ? CO2, 6 molecule of H2O and एनर्जी रिलीज हो गई। ਹੁਣ ਇੱਥੇ ਕੀ ਹੋਇਆ? ਰਿਐਕਟੈਂਟ ਦੇ ਵਿੱਚ ਕੋਈ એનર્ਜੀ ਨਹੀਂ ਸੀ, ਬਟ ਪ੍ਰੋਡਕਟ ਦੇ ਵਿੱਚ એનર્ਜੀ ਫਾਰਮ ਹੋਈ ਹੈ, એનર્ਜੀ ਰਿਲੀਜ਼ ਹੋਈ ਹੈ, ਤਾਂ ਇਸ ਟਾਈਪ ਦੀ ਰਿਐਕਸ਼ਨ ਨੂੰ ਕੀ ਕਹਾਂਗੇ? ਐਗਜ਼ੋਥਰਮਿਕ ਰਿਐਕਸ਼ਨ। ਸੋ ਇਹ ਕਹਿੰਦੇ ਨੇ ਕਿ ਜੋ ਰੈਸਪੀਰੇਸ਼ਨ ਹੁੰਦੀ ਆ, ਜੋ ਆਪਾਂ ਰੈਸਪੀਰੇਸ਼ਨ ਕਰਦੇ ਆ, ਉਹ ਵੀ ਐਗਜ਼ੋਥਰਮਿਕ ਰਿਐਕਸ਼ਨ ਹੀ ਹੁੰਦੀ ਆ। ਕਿਉਂ ਹੁੰਦੀ ਆ? ਕਿਉਂਕਿ ਜਦੋਂ ਅਸੀਂ ਰੈਸਪਾਇਰ ਕਰਦੇ ਆ ਉਦੋਂ ਬਾਡੀ ਦੇ ਵਿੱਚ ਕੈਮੀਕਲ ਰਿਐਕਸ਼ਨਸ ਹੁੰਦੀਆਂ ਨੇ, ਕੈਮੀਕਲ ਰਿਐਕਸ਼ਨਸ ਹੋਣ ਕਰਕੇ એનર્ਜੀ ਰਿਲੀਜ਼ ਹੁੰਦੀ ਆ, ਔਰ ਜਿੱਥੇ એનર્ਜੀ ਰਿਲੀਜ਼ ਹੋਵੇ ਉਹ ਕੀ ਹੋ? ਐਗਜ਼ੋਥਰਮਿਕ ਰਿਐਕਸ਼ਨ। ਇਸ ਲਈ ਰੈਸਪੀਰੇਸ਼ਨ ਵੀ ਕੀ ਆ? ਐਗਜ਼ੋਥਰਮਿਕ ਰਿਐਕਸ਼ਨ ਹੈ। ਹਾਂਜੀ ਸਟੂਡੈਂਟਸ, ਨੈਕਸਟ ਇਜ਼ एंडोथर्मिक रिएक्शन। व्हाट इज एंडोथर्मिक रिएक्शन? जिद्दां एग्जोथर्मिक दे विच एनर्जी जो है रिलीज हो रही सी, इहदे विच की हुंदा? इन विच एनर्जी एब्जॉर्ब, जिहदे विच एनर्जी एब्जॉर्ब हुंदी आ, मीनस
ਉੱਥੇ ਪ੍ਰੋਡਕਟ ਦੇ ਵਿੱਚ એનર્ਜੀ ਰਿਲੀਜ਼ ਹੋਈ ਸੀ ਐਕਸੋਥਰਮਿਕ ਦੇ ਵਿੱਚ, ਬਟ ਐਂਡੋਥਰਮਿਕ ਦੇ ਵਿੱਚ ਕੀ ਆ, ਰਿਐਕਟੈਂਟ ਦੇ ਵਿੱਚ એનર્ਜੀ ਦੇਣੀ ਪੈਂਦੀ ਆ, ਫਿਰ ਉਹ એનર્ਜੀ ਦੀ ਹਾਲਤ ਦੇ ਨਾਲ ਕੀ ਹੁੰਦੇ ਆ, ਅੱਗੇ ਪ੍ਰੋਡਕਟ ਫਾਰਮ ਹੁੰਦੇ ਆ। ਫॉर एग्जांपल कैल्शियम कार्बोनेट, ਇਹਨੂੰ એનર્ਜੀ ਦਿੱਤੀ ਹੀਟ ਦੀ ਫਾਰਮ ਦੇ ਵਿੱਚ, ਕੀ ਫਾਰਮ ਹੋਇਆ, कैल्शियम ऑक्साइड प्लस कार्बन डाइऑक्साइड। ठीक है, तो ये की हो गया, एंडोथर्मिक रिएक्शन होगी जिहदे विच एनर्जी एब्जॉर्ब होगी, रिलीज नहीं हुई। ओके स्टूडेंट्स, नेक्स्ट इज प्रेसिपिटेशन रिएक्शन। हाँ जी, प्रेसिपिटेशन रिएक्शन की होंदी आ, द रिएक्शन इन विच इनसॉल्यूबल मटीरियल फॉर्म, ਉਹ ਰਿਐਕਸ਼ਨ ਜਿਹਦੇ ਵਿੱਚ ਪ੍ਰੈਸੀਪਿਟੇਟਸ ਫਾਰਮ ਹੁੰਦੇ ਨੇ, ਮੀਨਸ ਇਨਸੋਲਿਊਬਲ ਮਟੀਰੀਅਲ ਫਾਰਮ ਹੁੰਦਾ, ਉਹਨੂੰ ਆਪਾਂ ਕੀ ਕਹਿੰਦੇ ਆ, ਪ੍ਰੈਸੀਪਿਟੇਸ਼ਨ ਰਿਐਕਸ਼ਨ। ਫॉर एग्जांपल सिल्वर नाइट्रेट रिएक्ट विद सोडियम क्लोराइड एंड फॉर्म सोडियम नाइट्रेट प्लस सिल्वर क्लोराइड। जो सिल्वर क्लोराइड आ ये की आ, ਪ੍ਰੈਸੀਪਿਟੇਟ ਆ, मीन्स इनसॉल्यूबल मटीरियल आ, सो ये की होगी, प्रेसिपिटेशन रिएक्शन होगी। ओके स्टूडेंट्स, जे ध्यान नाल देखोगे तो ये डबल डिस्प्लेसमेंट रिएक्शन भी है, क्योंकि ये आयन जोड़े ने एक्सचेंज होए ने रिएक्शन दे विच, रिएक्टेंट दे विच। ओके, बट इत्थे गल हो रही है प्रेसिपिटेशन, सो इसनूं उस पॉइंट ऑफ व्यू दे नाल आपां ने देख के दसना इसदा आंसर। ओके, तो की बनिया इत्थे, सिल्वर क्लोराइड जो कि एक प्रेसिपिटेट आ, इनसॉल्यूबल मटीरियल आ, सो ये होगी प्रेसिपिटेशन रिएक्शन। नेक्स्ट इज करोजन। हाँ जी, करोजन की होंदी आ, स्लो ईटिंग ऑफ मैटल सरफेस। करोजन का मीनिंग होंदा, मैटल की जो सरफेस होंदी आ वो हौली हौली इरोड होनी शुरू हो जाती है। इरोड काहदे करके होंदी आ, वाटर और एयर के करके, तो उन्होंने आपां की कहने आ, करोजन। ठीक है, आयरन के विच जिहड़ी करोजन होंदी है उन्होंने आपां की कहने आ, रस्टिंग कहने आ। ठीक है, जदों आयरन एयर और वाटर के कॉन्टैक्ट दे विच आउंदा आ तो फिर की आ, जो दी सरफेस आ, लेयर आ मैटल की सरफेस, वो इरोड होनी शुरू हो जाती है, हौली हौली खत्म होनी शुरू हो जाती है, डिस्ट्रॉय होनी शुरू हो जाती है, उन्होंने आपां कहने आ करोजन। मीनस जंग लगना, जर लगना, है ना। देखते हो ना तुसी, कोई आयरन की चीज़ बाहर बारिश के विच, हवा के विच, खुले दे विच पई हुंदी आ, तो उहदियां जिहड़ियां ने लेयर्स जिहां बन के निकलदियां हुंदियां ने, उहदी अपर जिहड़ी सरफेस हुंदी आ मैटल की, उहदियां, तो उहनूं की कहने आ, करोजन कहने आ। करोजन तो आपां किसी भी आयरन के ऑब्जैक्ट नूं या मैटल के ऑब्जैक्ट नूं किद्दां प्रिवेंट कर सकते हैं, किद्दां करोजन तो बचा सकते हैं, पेंट करके। क्योंकि जदों आयरन के उपर या मैटल की किसी भी सरफेस के उपर पेंट की कोटिंग हो जाती है, तो जिहड़ा पेंट आ वो उस मैटल या उस आयरन का कॉन्टैक्ट एयर और वाटर के नाल ब्रेक कर देता। जब कॉन्टैक्ट ब्रेक हो जाएगा तो फिर की आ, करोजन अपने आप प्रिवेंट हो जाएगी। ठीक है, नेक्स्ट इज रेंसिडिटी। रेंसिडिटी की होंदी आ, व्हेन फैट्स एंड ऑयल्स गेट ऑक्सीडाइज्ड। जदों फूड दे विच जो फैट्स एंड ऑयल्स प्रेजेंट होंदे ने, वो हवा दे विच जिहड़े ने एक्सपोज होंदे ने, एयर के कॉन्टैक्ट दे विच आउंदे ने, मीनस फैट्स एंड ऑयल्स कंटेनिंग फूड आइटम्स। वो फूड आइटम्स जिन्हां दे विच फैट्स एंड ऑयल्स प्रेजेंट हुंदा, जदों वो एयर के कॉन्टैक्ट दे विच आउंदियां ने तो ऑक्सीडाइज हो जांदियां ने। ऑक्सीडाइज होने तो बाद की आ, उन्हां दा टेस्ट भी चेंज हो जाता, उन्हां दी स्मैल भी चेंज हो जाती है, मीनस फूड जिहड़ा आ स्पॉयल हो जाता, खराब हो जाता, उन्होंने आपां की कहने आ, रेंसिडिटी कहने आ। जिहड़े फैट्स एंड ऑयल्स कंटेनिंग फूड आइटम्स होंदियां ने, उन्होंने नाइट्रोजन के नाल फ्लश आउट किया जाता। क्यों किया जाता? क्योंकि जदों फैट्स एंड ऑयल्स कंटेनिंग फूड आइटम्स दे विच नाइट्रोजन ऐड करके उन्होंने फ्लश आउट करांगे तो फिर की आ, जिहड़ी इन्हां दी ऑक्सीडाइजिंग आ, मतलब जो ऑक्सीडाइज हो गए ने, जो इन्हां दी स्मैल आ वो चीज़ प्रिवेंट हो जाएगी। ओके स्टूडेंट्स, और ये जिहड़ी स्मैल आ फिर एयर दे विच भी इहदी स्मैल फैल जाती है, तो स्मैल स्प्रैड आउट नहीं होगी। So with this we finish your chapter number 1. I hope you will understand my lecture. ध्यान नाल तुसीं इहनूं सुनना है, समझना है और अपनी बुक तो इसनूं रीड भी करना।